ਉਹ ਭਲੇ ਲੋਕੋ ਤੁਹਾਨੂੰ ਉਸ ਦਿਨ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਸੀ। ਜੇ 26 ਨਵੰਬਰ ਨੂੰ ਅਸੀਂ ਜਦੋਂ ਬੈਰੀਕੇਡ ਭੰਨੇ ਸੀ ਸ਼ੰਭੂ ਬਾਰਡਰ ਤੋਂ ਚੱਲ ਕੇ ਉਦੋਂ ਸਰਕਾਰ ਜਗਾਈ ਸੀ ਨਾ, ਤਾਂ 26 ਜਨਵਰੀ ਨੂੰ ਵੀ ਅਸੀਂ ਸਰਕਾਰ ਜਗਾਈ ਸੀ। ਅੰਨੀ ਤੇ ਬੋਲੀਆਂ ਸਰਕਾਰਾਂ ਨੂੰ ਤੇ ਉਹ ਸਾਰੀਆਂ ਨੈਸ਼ਨਲ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀ ਆ ਜਾਂ ਪੋਲੀਟੀਕਲ ਕਲਾਸ ਸਾਰੀ ਜਿਹੜੀ ਬੈਠੀ ਆ, ਇਹਨੂੰ ਮੋਦੀ ਦੀਆਂ ਗੋਡਰੀਆਂ ਲਵਾਊਗਾ। ਤੇ ਜੇ ਉਹਨੇ 26 ਚੱਕਰ ਨਾ ਕੀਤਾ, 26 ਨੂੰ ਹਰ ਹਾਲ ਪਾਰਲੀਮੈਂਟ ਭਵਨ ਅੱਗੇ, ਇੰਡੀਆ ਗੇਟ ਅੱਗੇ ਜਿਹੜਾ ਕਿਸਾਨਾਂ ਦਾ ਹੜ ਜਾਊਗਾ। ਤੇ ਉਦੋਂ ਬਾਅਦ ਫਿਰ ਮੋਦੀ ਅੱਗੇ ਮੰਗ ਇਹ ਨਹੀਂ ਹੋਊਗੀ ਵੀ ਤੂੰ ਕਰ ਦੇ, ਤੂੰ ਰਿਪੀਲ ਕਰ ਦੇ। ਉਦੋਂ ਅੱਗੇ ਇਹੋ ਵੀ ਤੂੰ ਦਫਾ ਹੋ, ਤੂੰ ਇੱਥੋਂ ਕੁਰਸੀ ਛੱਡ, ਤੂੰ ਫੈਸਲਾ ਕਰਨ ਦੇ ਯੋਗ ਨਹੀਂ, ਤੂੰ ਕਿਸਾਨਾਂ ਦਾ ਫੈਸਲਾ ਕਰ ਨਹੀਂ ਸਕਿਆ, ਤੈਨੂੰ ਇੱਥੋਂ ਦਫਾ ਹੋਣਾ ਚਾਹੀਦਾ, ਤੈਨੂੰ ਕੁਰਸੀ ਛੱਡਣੀ ਚਾਹੀਦੀ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਕਲੀਅਰ ਕੱਟ। ਮੈਂ ਹਾਂ ਗੌਰਵ ਵਾਲੀਆ। ਅੱਜ ਗੱਲ ਕਰਾਂਗੇ ਉਹਨਾਂ ਪਹਿਲੂਆਂ ਦੇ ਉੱਪਰ ਜਿਨ੍ਹਾਂ ਨੂੰ ਲੈ ਕੇ ਤੁਹਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਸ਼ੰਕੇ ਨੇ, ਬਹੁਤ ਸਾਰੇ ਸਵਾਲ ਨੇ, ਬੜਿਆਂ ਦੇ ਜਜ਼ਬਾਤ ਨੇ ਕਿ ਕਿਸਾਨੀ ਸੰਘਰਸ਼ ਨੂੰ ਕੀ ਢਾਲ ਲੱਗ ਗਈ ਹੈ, ਕਿ ਕਿਸਾਨੀ ਸੰਘਰਸ਼ ਹੁਣ ਅੱਗੇ ਵਧੇਗਾ, ਕਿ ਖੇਤੀ ਦੇ ਇਹ ਕਾਲੇ ਕਾਨੂੰਨ ਜੋ ਕਿਸਾਨ ਕਹਿ ਰਹੇ ਨੇ ਵਾਪਸ ਹੋਣ, ਕਿ ਉਹ ਵਾਪਸ ਹੋਣਗੇ। ਬਹੁਤ ਸਾਰੇ ਸਵਾਲ ਨੇ, ਅਜਿਹੇ ਵਿੱਚ ਜਵਾਬ ਲੱਭਣੇ ਬਹੁਤ ਮੁਸ਼ਕਿਲ ਨੇ। ਹੁਣ ਕਿਹਾ ਜਾ ਰਿਹਾ ਸੀਗਾ ਕਿ ਜੋਸ਼ ਦੇ ਨਾਲ ਹੋਸ਼ ਹੋਣੇ ਲਾਜ਼ਮੀ ਹੁੰਦੇ। ਜੋਸ਼ ਤੋਂ ਭਾਵ ਨੌਜਵਾਨ ਅਤੇ ਹੋਸ਼ ਤੋਂ ਭਾਵ ਉਹ ਬਜ਼ੁਰਗ, ਉਹ ਮਿਹਨਤਕਸ਼, ਉਹ ਸੂਝਵਾਨ ਲੀਡਰਸ਼ਿਪ ਜਿਸ ਦੀ ਹਮੇਸ਼ਾ ਗੱਲ ਹੁੰਦੀ ਸੀ ਕਿ ਦੋਨਾਂ ਦੀ ਜ਼ਰੂਰਤ ਹੈਗੀ ਹੈ। ਦੋਨਾਂ ਦੇ ਤਾਲਮੇਲ, ਦੋਨਾਂ ਦੇ ਸੁਮੇਲ ਦੇ ਨਾਲ ਜਿਹੜਾ ਹੈ ਇਹ ਪ੍ਰਦਰਸ਼ਨ ਜਿਹੜਾ ਹੈਗਾ, ਪ੍ਰੋਟੈਸਟ ਜਿਹੜਾ ਅੰਦੋਲਨ ਹੈ, ਇਹ ਅੱਗੇ ਜਾਏਗਾ ਤੇ ਜਾ ਵੀ ਰਿਹਾ ਸੀ। ਪਰ 26 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਉਹ ਕਾਰਾ ਹੋਇਆ, ਉਸ ਦੇ ਨਾਲ ਹੁਣ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਖੜੇ ਹੋ ਗਏ। ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਚੀਜ਼ਾਂ ਦਾ ਖੁਲਾਸਾ ਕੀਤਾ ਗਿਆ। ਜ਼ਿੰਮੇਵਾਰੀ ਵੀ ਲਿੱਤੀ ਗਈ, ਹਾਲਾਂਕਿ ਆਪਣੇ ਲੈਵਲ ਦੇ ਉੱਪਰ, ਤੇ ਕਿਹਾ ਗਿਆ ਕਿ ਤਿਰੰਗੇ ਦਾ ਅਪਮਾਨ ਕੋਈ ਵੀ ਨਹੀਂ ਸਹਿ ਸਕਦਾ। ਅਜਿਹੇ ਵਿੱਚ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜ਼ਿੰਮੇਵਾਰੀ ਲਿੱਤੀ ਤਾਂ ਜ਼ਰੂਰ ਗਈ ਕਿ ਉਹਨਾਂ ਦੇ ਕੋਲ ਕੰਟਰੋਲ ਨਹੀਂ ਹੋ ਸਕਿਆ, ਉਹ ਦੇਖ ਨਹੀਂ ਸਕੇ। ਕਿਸਾਨ ਆਗੂਆਂ ਦੀ ਗੱਲ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਕੁਝ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਜਿਹੜੀਆਂ ਘੁੰਮ ਰਹੀਆਂ ਨੇ, ਜਿਹੜੀਆਂ ਆਈਆਂ ਹੋਈਆਂ ਨੇ, ਉਹ ਸਾਰਿਆਂ ਨੂੰ ਇਕੱਠਾ ਕਰਕੇ ਅਗਰ ਆਪਾਂ ਦੇਖੀਏ ਤਾਂ ਕੁਝ ਇੱਕ ਅਜਿਹੇ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਸੀਗੇ ਜਿਨ੍ਹਾਂ ਨੇ 26 ਜਨਵਰੀ ਤੋਂ ਪਹਿਲਾਂ ਜਦੋਂ ਸਰਕਾਰ ਦੇ ਨਾਲ ਬੈਠਕਾਂ ਦਾ ਦੌਰ ਸੀਗਾ ਉਸ ਤੋਂ ਬਾਅਦ ਕੁਝ ਅਜਿਹੇ ਬਿਆਨ ਦਿੱਤੇ ਜਿਸ ਦੇ ਵਿੱਚ ਉਹ ਵੀ ਉਸੇ ਤਰੀਕੇ ਦੇ ਨਾਲ ਬੋਲਦੇ ਹੋਏ ਦਿਖਾਈ ਦਿੱਤੇ ਜਿਸ ਤਰੀਕੇ ਦੇ ਨਾਲ 26 ਤਰੀਕ ਨੂੰ ਉਹ ਨੌਜਵਾਨ ਜਿਹੜੇ ਕਿ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਣ ਗਏ ਸੀਗੇ, ਉਹਨਾਂ ਦੀ ਵਰਗੀ ਬੋਲੀ ਉਹ ਵੀ ਬੋਲਦੇ ਦਿਖਾਈ ਦਿੱਤੇ। 25 ਤਰੀਕ ਨੂੰ ਵੱਡੇ ਪੈਮਾਨੇ ਦੇ ਉੱਪਰ ਪੰਜਾਬ ਤੋਂ ਨੌਜਵਾਨਾਂ ਨੂੰ ਸੱਦਣ ਦੇ ਲਈ, ਹਰਿਆਣੇ ਤੋਂ, ਬਾਕੀ ਸੂਬੇ ਤੋਂ ਸੱਦਣ ਦੇ ਲਈ ਪੂਰੇ ਜੋਸ਼ੋ ਖਰੋਸ਼ ਦੇ ਨਾਲ ਉਹਨਾਂ ਨੇ ਵੀ ਬਿਆਨ ਦਿੱਤੇ। ਫੇਸਬੁੱਕ ਤੇ, YouTube ਦੇ, ਬਾਕੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਉੱਥੇ ਉਹ ਲਾਈਵ ਹੋ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਓ ਅਸੀਂ ਦਿੱਲੀ ਜਿਹੜਾ ਹੈ ਜਾਵਾਂਗੇ। ਉਹਨਾਂ ਨੇ ਖੁਦ ਕਿਹਾ, ਤੇ ਹੁਣ ਇਹ ਕਹਿਣਾ ਕਿ ਸਾਡੀ ਕਾਲ ਨਹੀਂ ਸੀ, ਇੱਕ ਦਿਨ ਪਹਿਲਾਂ ਅਸੀਂ ਡਿਸਾਈਡ ਕੀਤਾ ਸੀ ਅਸੀਂ ਸਰਕਾਰ ਦਾ ਰੂਟ ਫੋਲੋ ਕਰਾਂਗੇ। ਪਹਿਲੇ ਤੁਸੀਂ ਇਹ ਕਹਿ ਕੇ ਬੁਲਾਇਆ ਤੇ ਹੁਣ ਤੁਸੀਂ ਦੂਸਰੀ ਗੱਲ ਕੀਤੀ। ਇਹ ਵੀ ਇਸ ਦੇ ਵਿੱਚ ਬਹੁਤ ਸਾਰਾ ਅੰਤਰ ਹੈ। ਇਹ ਜਿਹੜਾ ਬਹੁਤ ਵੱਡਾ ਅੰਤਰ ਹੈ ਉਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਤੇ ਇਹ ਸਮਝਣਾ ਪਏਗਾ ਕਿ ਆਖਿਰ ਇਸ ਦੇ ਮਾਇਨੇ ਕੀ ਹੈਗੇ। ਜੇ ਤੁਸੀਂ ਨੌਜਵਾਨਾਂ ਨੂੰ, ਲੋਕਾਂ ਨੂੰ ਕਹਿ ਕੇ ਬੁਲਾਓਗੇ ਤੇ ਉਸ ਤੋਂ ਬਾਅਦ ਕਹੋਗੇ ਸਰਕਾਰ ਦੇ ਰੂਟ ਤੇ ਜਾਣਾ ਹੈ, ਅਜਿਹੀਆਂ ਚੀਜ਼ਾਂ ਫਿਰ ਵਾਪਰ ਸਕਦੀਆਂ। ਦੂਸਰੀਆਂ ਤਾਕਤਾਂ ਇਹਨਾਂ ਤੁਹਾਡੇ ਬਿਆਨਾਂ ਦਾ, ਅਜਿਹੇ ਚੀਜ਼ਾਂ ਦਾ ਫਾਇਦਾ ਲੈ ਸਕਦੀਆਂ। ਸਾਰਾ ਕੁਝ ਪੋਸੀਬਲ ਹੈ। ਸੋ ਜ਼ਿੰਮੇਵਾਰੀ ਜੋ ਕਿਹਾ ਜਾ ਰਿਹਾ ਸੀਗਾ ਕਿ ਦੀਪ ਸਿੱਧੂ, ਸਰਵਣ ਸਿੰਘ ਪੰਧੇਰ, ਪੰਨੂ, ਇਹ ਬਾਕੀ ਸਾਰਿਆਂ ਦੀ ਹੈ, ਲੱਖਾ ਸਿਧਾਨਾ ਦੀ ਹੈ। ਇਸ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਉਹਨਾਂ ਆਗੂਆਂ ਦੀ ਵੀ ਹੈ ਜਿਨ੍ਹਾਂ ਨੇ ਅਜਿਹੇ ਪਹਿਲੇ ਬਿਆਨ ਦਿੱਤੇ ਸੀਗੇ। ਕੁਝ ਇੱਕ ਵੀਡੀਓਜ਼ ਵੀ ਹੈਗੇ ਨੇ ਜਿਹੜੇ ਇਸ ਤੋਂ ਬਾਅਦ ਤੁਸੀਂ ਵੇਖੋਗੇ, ਕੁਝ ਪਹਿਲੇ ਵੀ ਦਿਖਾਏ ਕਿ ਆਖਿਰ ਜ਼ਿੰਮੇਵਾਰੀ ਕਿਸੇ ਇੱਕ ਦੀ ਫਿਕਸ ਨਹੀਂ ਹੋ ਸਕਦੀ, ਜ਼ਿੰਮੇਵਾਰੀ ਸਮੂਹਿਕ ਫਿਰ ਹੋਏਗੀ। ਕਿਉਂਕਿ ਪੱਤਰਕਾਰ ਦੇ ਨਾਤੇ ਸਾਡਾ ਫਰਜ਼ ਹੈ ਹਰ ਚੀਜ਼ ਨੂੰ ਜਾਂਚਣਾ, ਸਮਝਣਾ, ਪਹਿਚਾਨਣਾ, ਤੁਹਾਡੇ ਸਾਹਮਣੇ ਲੈ ਕੇ ਆਣਾ ਕਿ ਉਹ ਚੀਜ਼ਾਂ ਕਿਹੜੀਆਂ ਨੇ। ਆਖਿਰ ਹਰ ਚੀਜ਼ ਦੇ ਦੋ ਪਹਿਲੂ ਹੁੰਦੇ, ਇੱਕ ਪਹਿਲੂ ਨਹੀਂ ਦੇਖਣਾ। ਅਸੀਂ ਦੋਨੋਂ ਪਹਿਲੂ ਤੁਹਾਨੂੰ ਦਿਖਾਵਾਂਗੇ ਤਾਂ ਕਿ ਤੁਸੀਂ ਆਪ ਹੀ ਸਮਝ ਸਕੋ। ਸਵਾਲ ਜੋ ਖੜੇ ਹੁੰਦੇ ਨੇ ਉਹ ਚੁੱਕਣੇ ਲਾਜ਼ਮੀ ਹੈ, ਉਹਨਾਂ ਸਵਾਲਾਂ ਦੇ ਜਵਾਬ ਜਿਨ੍ਹਾਂ ਦੇ ਉੱਪਰ ਖੜੇ ਹੋ ਰਹੇ ਉਹਨਾਂ ਨੂੰ ਦੇਣੇ ਪੈਣਗੇ। ਦੀਪ ਸਿੱਧੂ ਵੀ ਲਾਈਵ ਹੋਏ। ਦੀਪ ਸਿੱਧੂ ਨੂੰ ਕਿਹਾ ਗਿਆ ਕਿ ਸਮਾਜਿਕ ਬਹਿਸ਼ਕਾਰ ਇਸ ਦਾ ਕੀਤਾ ਜਾਵੇ। ਦੀਪ ਸਿੱਧੂ ਲਾਈਵ ਹੋ ਕੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ, ਬਟ ਦੈਟ ਇਜ਼ ਨਾਟ ਪੋਸੀਬਲ ਇਨ ਐਨੀ ਵੇ। ਤੁਸੀਂ ਵੇਖੋ ਆਪਣੇ ਆਪ ਨੂੰ ਕਲੀਨ ਚਿੱਟ ਤੁਸੀਂ ਕਿਵੇਂ ਦੇ ਲੋਗੇ। ਦੀਪ ਸਿੱਧੂ ਦੀ ਗੱਲ ਕਰ ਰਹੇ ਹਾਂ। ਦੀਪ ਸਿੱਧੂ ਕਿਸਾਨ ਜਥੇਬੰਦੀਆਂ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਆਪਣੇ
ਲਾਈਵ ਦੇ ਵਿੱਚ ਕਿ ਤੁਸੀਂ ਉਸ ਮੂਵਮੈਂਟ ਨੂੰ ਇੰਜੋਏ ਕਰੋ। ਉਹ ਇੱਕ ਵਹਿਣ ਸੀਗਾ, ਜਿਹੜੇ ਸਾਰੇ ਵਹਿ ਗਏ ਅਸੀਂ ਜਜ਼ਬਾਤੀ ਹੈਗੇ ਆ। ਫਿਰ ਤੁਹਾਡੇ ਤੋਂ ਜਜ਼ਬਾ ਉਹਨਾਂ ਲੋਕਾਂ ਦੇ ਵਿੱਚ ਫਰਕ ਕੀ ਰਹਿ ਗਿਆ? ਤੁਸੀਂ ਤਾਂ ਲੋਕਾਂ ਨੂੰ ਸੇਧ ਦੇਣ ਵਾਲੇ ਸੀਗੇ। ਯੂ ਆਰ ਸਪੋਜ਼ਡ ਟੂ ਬੀ ਦ ਆਈਡਲ ਆਫ ਸੋ ਮੈਨੀ ਪੀਪਲ, ਕਿ ਤੁਸੀਂ ਤਾਂ ਲੋਕਾਂ ਦੇ ਆਦਰਸ਼ ਬਣਦੇ ਸੀਗੇ। ਫਿਰ ਤੁਸੀਂ ਵੀ ਵਹਿ ਗਏ ਤੇ ਫਿਰ ਤੁਹਾਡੇ ਤੋਂ ਉਹਨਾਂ 'ਚ ਫਰਕ ਕੀ? ਤੁਹਾਨੂੰ ਤਾਂ ਰੋਕਣਾ ਚਾਹੀਦਾ ਸੀਗਾ। ਤੇ ਤੁਸੀਂ ਕਿਸਾਨ ਜਥੇਬੰਦੀਆਂ ਨੂੰ, ਬਾਕੀਆਂ ਨੂੰ ਇਹ ਕਹਿ ਰਹੇ ਹੋ ਕਿ ਤੁਹਾਨੂੰ ਇੰਜੋਏ ਕਰਨਾ ਚਾਹੀਦਾ ਮੂਵਮੈਂਟ। ਇੰਜੋਏ ਕਿਸ ਚੀਜ਼ ਦਾ? ਦਿਸ ਇਜ਼ ਅ ਬਿਗ ਕੁਐਸਚਨ ਟੂ ਦੀਪ ਸਿੱਧੂ। ਕਿਸ ਚੀਜ਼ ਦਾ ਇੰਜੋਇਮੈਂਟ? ਕੀ ਕਾਨੂੰਨ ਜਿਹੜੇ ਸੀਗੇ ਜਿਸ ਟੀਚੇ ਦੇ ਲਈ ਤੁਸੀਂ ਆਏ ਸੀ ਵਾਪਸ ਹੋ ਗਏ? ਇਹ ਬਹੁਤ ਵੱਡਾ ਸਵਾਲ ਹੈ। ਇਹ ਦੱਸਣ ਨਾ ਆ ਕੇ ਬਹੁਤ ਦਲੀਲਾਂ ਦਿੱਤੀਆਂ ਕਿ ਅਗਰ ਮੈਂ ਪੋਲ ਖੋਲੂੰਗਾ ਤੇ ਮੈਂ ਇਹ ਕਰ ਦੂੰਗਾ, ਕਿਸਾਨਾਂ ਦੀਆਂ ਪੋਲਾਂ, ਜਥੇਬੰਦੀਆਂ ਦੀ। ਕਿਹੜੀਆਂ ਪੋਲਾਂ? ਇਹੀ ਤਾਂ ਲੋਕ ਜਾਣਨਾ ਚਾਹੁੰਦੇ। ਤੁਸੀਂ ਦੱਸੋ ਨਾ। ਜੇ ਤੁਹਾਡੇ ਦਿਲਾਂ ਦੇ ਵਿੱਚ ਮੈਲ ਹੈ, ਮਤਭੇਦ ਹੈ ਜਾਂ ਮਨਭੇਦ ਹੀ ਹੈ, ਫਿਰ ਦੱਸੋ। ਦੱਸ ਕੇ ਕਲੀਅਰ ਕਰੋ। ਜਾਂ ਤਾਂ ਅੰਦੋਲਨ ਦੇ ਵਿੱਚ ਸਹੀ ਤਰੀਕੇ ਨਾਲ ਚੱਲੋ ਜਾਂ ਫਿਰ ਪਾਸੇ ਹੋ ਜਾਓ। ਵਿੱਚ ਰਹਿ ਕੇ ਵੱਖਰੇ ਸੁਰ ਤੇ ਅਜਿਹੇ ਸੁਰਾਂ ਦੇ ਨਾਲ ਗੱਲ ਕਰਨਾ। ਹੁਣ ਪੂਰੀ ਦੁਨੀਆ ਦੇ ਵਿੱਚ ਜਿਸ ਤਰੀਕੇ ਦਾ ਇੱਕ ਮੈਸੇਜ ਗਿਆ ਕਿਸਾਨੀ ਅੰਦੋਲਨ ਨੂੰ ਲੈ ਕੇ, ਉਹ ਸਾਰਿਆਂ ਨੂੰ ਪਤਾ ਹੈ। ਉਹ ਢਾਹ ਹੀ ਲੱਗੀ ਹੈ ਤੇ ਤੁਸੀਂ ਉਸ ਨੂੰ ਇੰਜੋਏ ਕਿਵੇਂ ਕਹਿ ਸਕਦੇ ਹੋ ਕਿ ਇੰਜੋਏ ਕਰੋ? ਹਾਊ ਕੈਨ ਯੂ ਸੇ ਦੈਟ? ਕਾਨੂੰਨ ਵਾਪਸ ਹੁੰਦੇ, ਤੁਸੀਂ ਘਰਾਂ ਨੂੰ ਜਾਂਦੇ ਖੁਸ਼ੀ-ਖੁਸ਼ੀ, ਭਾਵੇਂ ਢੋਲ ਨਗਾੜੇ ਵਜਾਉਂਦੇ। ਯੂ ਕੁਡ ਸੇ ਐਟ ਦੈਟ ਪਾਰਟਿਕੂਲਰ ਮੋਮੈਂਟ ਕਿ ਤੁਸੀਂ ਇੰਜੋਏ ਕਰੋ। ਪਰ ਤੁਸੀਂ ਹੁਣੇ ਕਿਵੇਂ ਕਹਿ ਸਕਦੇ ਹੋ? ਤੁਸੀਂ ਪੋਲ ਖੋਲਣਾ ਚਾਹੁੰਦੇ ਹੋ ਤਾਂ ਖੋਲੋ। ਕੁਝ ਜਿਹੇ ਸੁਰ ਲੱਖਾ ਸਦਾਨਾ ਨੇ ਵੀ ਦੱਸਿਆ ਕਿ ਬਹੁਤ ਸਾਰੇ ਮਤਭੇਦ ਹੈਗੇ, ਸਹੀ ਟਾਈਮ ਜਾ ਕੇ ਦੱਸਾਂਗੇ। ਉਹਨਾਂ ਨੂੰ ਦੱਸ ਦੇਣਾ ਚਾਹੀਦਾ, ਦੱਸ ਕੇ ਕਲੀਅਰ ਹੋ ਜਾਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਆ ਤੇ ਇਹਨਾਂ ਦੀ ਕਿਹੜੀਆਂ ਕਮੀਆਂ ਪੇਸ਼ੀਆਂ ਜਾਂ ਤਾਂ ਆਪਸ 'ਚ ਬੈਠ ਕੇ ਸੁਲਝਾ ਲਓ ਜਾਂ ਪਬਲਿਕ ਮੰਚ ਤੇ ਆ ਕੇ ਜਿਹੀਆਂ ਗੱਲਾਂ ਨਾ ਕਰੋ। ਫਿਰ ਤਾਂ ਇੱਕ ਜਿਹੜਾ ਤੁਹਾਡਾ ਮਕਸਦ ਹੈ ਉਹ ਪੂਰੀ ਗਤੀ ਦੇ ਨਾਲ, ਪਵਿੱਤਰਤਾ ਦੇ ਨਾਲ ਚੱਲੇਗਾ। ਪਰ ਵੱਖ-ਵੱਖ ਹੋ ਕੇ ਵੱਖ-ਵੱਖ ਗੱਲਾਂ ਕਰਕੇ ਤੁਸੀਂ ਸੋਚੋ ਕਿ ਸਰਕਾਰਾਂ ਜਾਂ ਏਜੰਸੀਆਂ ਦਾ ਫਾਇਦਾ ਨਹੀਂ ਚੁੱਕਣਗੀਆਂ, ਉਹ ਪੋਸੀਬਲ ਨਹੀਂ ਹੈ। ਵੀਡੀਓਜ਼ ਕੁਝ ਜਿਹੜੇ ਅਜਿਹੇ ਆਏ ਨੇ ਉਹਨਾਂ ਦੇ ਉੱਪਰ ਕੋਈ ਟਿੱਪਣੀ ਨਹੀਂ। ਲੋਕ ਖੁਦ ਸਮਝਦਾਰ ਨੇ, ਤੁਸੀਂ ਖੁਦ ਸਮਝਦਾਰ ਹੋ। ਵੀਡੀਓਜ਼ ਖੁਦ ਦੇਖ ਕੇ ਖੁਦ ਸਮਝ ਸਕਦੇ ਹੋ। ਬਿਆਨ ਇਹਨਾਂ ਲੀਡਰਾਂ ਦੇ ਹੀ ਹੈਗੇ ਆ, ਪਹਿਲੇ ਹੈਗੇ ਆ। ਕਿਹੜੇ ਮਾਹੌਲ 'ਚ ਦਿੱਤੇ ਗਏ, ਕਿਹੜੇ ਸਮੇਂ 'ਚ ਦਿੱਤੇ ਗਏ, ਉਹ ਬਿਹਤਰ ਜਾਣਦੇ ਨੇ। ਪਰ ਇਸ ਦੇ ਬਾਰੇ ਜਿਹੜੇ ਜਵਾਬ ਦੇਣੇ ਆ ਉਹ ਵੀ ਉਹੀ ਦੇ ਸਕਦੇ ਆ। ਪਰ ਜਿਹੜੇ ਸਵਾਲ ਖੜੇ ਹੋਏ ਆ, ਸਵਾਲ ਪੁੱਛਣੇ ਲਾਜ਼ਮੀ। ਇਸ ਕਰਕੇ ਇਹ ਗੱਲਾਂ ਹੋਈਆਂ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਦੁਨੀਆ ਦੇ ਕੋਨੇ-ਕੋਨੇ ਤੱਕ ਆਪਣੀ ਜਿਹੜੀ ਸਾਰੀ ਸਾਂਝ ਹੈ ਉਹ ਪਹੁंच सके। इजाजत दियो, धन्यवाद। हमने तय किया ये दिल्ली के अंदर होगा, देश की राजधानी के अंदर। इसके बारे में पुलिस से 3 दिन से चर्चा हो रही है। परसों भी मीटिंग थी, कल भी मीटिंग थी, आज भी मीटिंग थी। पुलिस कह रही नहीं, दिल्ली मत आओ, आप दिल्ली के बाहर करो, आप ये करो, वो करो, राष्ट्रीय राजधानी के अंदर नहीं आओ, बड़ा दिक्कत है, सिक्योरिटी कंसिडरेशन है, ट्रैफिक है, सब कुछ है। लेकिन गणतंत्र के दिन राष्ट्रीय राजधानी में किसान क्यों ना आए? वैसे भी 2 महीने हो गए हैं। 2 महीने से हम दिल्ली के बॉर्डर पे बैठे हुए हैं। अब एक बार दिल्ली के अंदर भी तो झांक के देखेंगे ना। सो दिल्ली के अंदर जाएंगे। हमने अपनी तरफ से आउटर रिंग रोड दिया है। पुलिस कहते हैं ना रिंग रोड का तो आप सोचो ही मत। पुलिस कहती है नहीं, आप जो बाहर एक्सप्रेस वे है उस पे कर लो। कहते हैं एक्सप्रेस वे पे करेंगे, कौन देखेगा? ये ऐसे तो आप राजपथ की करने की बजाय रिपब्लिक डे परेड भी आप कहीं और जाके कर लो। ये तो दिल्ली में ही होगा ना। सब लोगों ने मन बना रखा है और हमारी तरफ से भी स्पष्ट निर्णय है, उस दिन हम दिल्ली के अंदर जाएंगे। अंदर बुलाने का मकसद क्या है? खाली तारीख देने के लिए मीटिंग बुलाते हैं। अब आगे 15 तारीख दे दी है और ये भी कहा है कि 7 आदमी हैं। 7 जाएंगे कि सारे जाएंगे ये तो हम फैसला करके बताएंगे, जाएंगे या नहीं भी जाएंगे यही फैसला करके बताएंगे। लेकिन मोटा मोटी बात ये है कि सरकार कुछ मानने को तैयार नहीं है और सरकार जिद पे अड़गी। और 26 तारीख जो है, हमने भी दूसरी तरफ 26 तारीख की बिल्कुल सरकार को चेतावनी दे रहे हैं और पूरे किसानों से कह रहे हैं कि 26 तारीख को अपनी तैयारी करके ट्रैक्टरों के साथ आ जाएं। जबरदस्ती इनके बैरिकेड तोड़ के दिल्ली में घुसेंगे और सरकार लाठी मारे, गोली मारे, जो करना है इनको करें। लेकिन 26 तारीख को जो है वो एक तरह से फाइनल मैच होगा और उस दिन जो भी होगा वो सरकार की जिम्मेवारी होगी। चटूड़ी साहब, कल ट्रैक्टर मार्च कटा गया, क्या उनका असर देखने को मिला मीटिंग से? देखिए, उसका कोई 1% असर देखने को नहीं मिला। ट्रैक्टर मार्च का कोई सरकार के मन पे चिंता नहीं है कि लोग दुखी हैं, लोग परेशान हैं, सड़क पे बैठे हैं, 2 लाशें रोज जा रही हैं, इतनी संख्या में आ गए हैं, इतनी दूर दूर से ट्रैक्टर लेके आ गए हैं। ऐसा इनके मन पे कोई असर नहीं है। ये पता नहीं कौन सी मिट्टी के बने हैं, ये तो
बस वही राग लाप रहे हैं। ये बहुत से लोगों के फायदे में है, ज्यादा लोगों के फायदे में है, बस वही बात लाप रहे हैं। ठीक है जी, बहुत बहुत शुक्रिया। ਪਰ ਇਹਨੂੰ ਮੋਦੀ ਦੀਆਂ ਗੋਡਰੀਆਂ ਲਵਾਊਗਾ ਤੇ ਜੇ ਉਹਨੇ 26 ਚੱਕਰ ਨਾ ਕੀਤਾ 26 ਨੂੰ ਹਰ ਹਾਲ ਪਾਰਲੀਮੈਂਟ ਭਵਨ ਅੱਗੇ ਇੰਡੀਆ ਗੇਟ ਅੱਗੇ ਜਿਹੜਾ ਕਿਸਾਨਾਂ ਦਾ ਹੜ ਜਾਊਗਾ ਤੇ ਉਦੋਂ ਬਾਅਦ ਫਿਰ ਮੋਦੀ ਅੱਗੇ ਮੰਗ ਇਹ ਨਹੀਂ ਹੋਊਗੀ ਵੀ ਤੂੰ ਕਰ ਦੇ, ਤੂੰ ਰਿਪੀਲ ਕਰ ਦੇ, ਉਦੋਂ ਅੱਗੇ ਇਹੋ ਵੀ ਤੂੰ ਦਫਾ ਹੋ, ਤੂੰ ਇੱਥੋਂ ਕੁਰਸੀ ਛੱਡ, ਤੂੰ ਫੈਸਲਾ ਕਰਨ ਦੇ ਯੋਗ ਨਹੀਂ, ਤੂੰ ਕਿਸਾਨਾਂ ਦਾ ਫੈਸਲਾ ਕਰ ਨਹੀਂ ਸਕਿਆ, ਤੈਨੂੰ ਇੱਥੋਂ ਦਫਾ ਹੋਣਾ ਚਾਹੀਦਾ, ਤੈਨੂੰ ਕੁਰਸੀ ਛੱਡਣੀ ਚਾਹੀਦੀ ਹੈ। ਜਿਹੜਾ ਅਸਲੀ ਪ੍ਰੈਸ਼ਰ ਆ ਉਹ ਹੈਗਾ ਸਾਡੇ ਕਿਸਾਨ ਅੰਦੋਲਨ ਦਾ। ਕਿਸਾਨ ਅੰਦੋਲਨ ਨੂੰ ਦੁੱਗਣਾ ਤਿੱਗਣਾ ਹੁੰਦਾ ਜਾਂਦਾ ਹੈ। ਤਾਂ 26 ਤਰੀਕ ਨੂੰ ਜਿਹੜੀ ਪਰੇਡ ਅਸੀਂ ਕਰਨੀ ਆ ਉਹ ਅਸੀਂ ਹਰ ਹਾਲਤ 'ਚ ਕਰਨੀ ਆ। ਸਾਡੀਆਂ ਮੀਟਿੰਗਾਂ 3 ਮੀਟਿੰਗਾਂ ਅਫੀਸ਼ੀਅਲਸ ਨਾਲ ਹੋ ਚੁੱਕੀਆਂ ਨੇ, ਉਹਨਾਂ 'ਚ ਮੈਂ ਵੀ ਜਾਂਦਾ ਰਿਹਾ। ਉਹ 'ਚ ਵੀ ਕਲੀਅਰ ਕਰਕੇ ਆ ਵੀ ਸਾਡੀ ਪਰੇਡ ਕਰਨੀ ਆ, ਦਿੱਲੀ 'ਚ ਕਰਨੀ ਆ, ਰਿੰਗ ਰੋਡ ਤੇ ਕਰਨੀ ਆ। ਉਹ ਲਾਸਟ ਮੀਟਿੰਗ 'ਚ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਰਸਤਾ ਕੱਢਾਂਗੇ, ਤੁਹਾਨੂੰ ਦਵਾਂਗੇ। ਅੱਜ ਫਿਰ ਮੀਟਿੰਗ ਆ, ਇਸ ਲਈ ਉਹ ਜਿਹੜੀ ਪਰੇਡ ਕਰਨੀ ਆ ਉਹਦੇ ਨਾਲ ਸਾਡਾ ਹੋਰ ਮਾਣ ਉੱਚਾ ਹੋਏਗਾ। ਔਰ ਸਾਰੇ ਜਿਹੜੇ ਪਰੇਡ ਕਰਨ ਆ ਰਹੇ ਲੋਕ ਪਸ਼ੂਆਂ 'ਚ ਬਰਾਬਰ ਗੁਣ ਹੁੰਦੇ ਆ ਕਿ ਖਾਂਦੇ ਪੀਂਦੇ ਆ, ਬੱਚੇ ਪੈਦਾ ਕਰਦੇ ਆ, ਮਰ ਜਾਂਦੇ। ਇੱਕੋ ਜਿਹਾ ਗੁਣ ਆ ਮਨੁੱਖਾਂ ਤੇ ਪਸ਼ੂਆਂ ਦੇ 'ਚ। ਫਰਕ ਕਿੱਥੇ ਆ? ਪਸ਼ੂ ਫਰਕ ਨਹੀਂ ਕਰ ਪਾਉਂਦਾ ਵੀ ਕੀ ਗਲਤ ਆ ਤੇ ਕੀ ਠੀਕ ਆ। ਮਨੁੱਖ ਨੂੰ ਇਹ ਸੋਝੀ ਦਿੱਤੀ ਆ ਕੁਦਰਤ ਨੇ। ਇਸ ਕਰਕੇ ਜੇ ਗਲਤ ਦੇ ਖਿਲਾਫ ਕੋਈ ਨਹੀਂ ਬੋਲਦਾ ਫਿਰ ਉਹਦੇ 'ਚ ਵੀ ਪਸ਼ੂਆਂ ਤੇ ਉਹਦੇ ਬੰਦੇ 'ਚ ਕੋਈ ਫਰਕ ਨਹੀਂ। ਇਸ ਕਰਕੇ ਇਸ ਤੋਂ ਵੱਡਾ ਗਲਤ ਨਹੀਂ ਹੋ ਸਕਦਾ, ਇਸ ਤੋਂ ਵੱਡੀ ਲਹਿਰ ਨਹੀਂ ਹੋ ਸਕਦੀ। ਔਰ ਜਿਹੜੇ ਆਪਣੇ ਮਨੁੱਖ ਹੋਣ ਦੀ ਜ਼ਿੰਦਗੀ ਨੂੰ ਸਫਲਾ ਕਰਨਾ ਚਾਹੁੰਦੇ ਆ, ਆ ਜੋ 26 ਜਨਵਰੀ ਨੂੰ ਸਾਰੇ 25 ਨੂੰ ਸਾਰੇ ਨਾਕਿਆਂ ਤੇ ਲਿਆ ਕੇ ਖੜੇ ਕਰ ਲੋ ਟਰੈਕਟਰ ਤੇ 26 ਨੂੰ ਦੁਨੀਆ ਦੇ ਵਿੱਚ ਮੋਦੀ ਦੀ ਨਹੀਂ, ਮੋਦੀ ਦੀ ਹਿੱਕ ਤੇ ਚੱਲਣ ਵਾਲੇ ਟਰੈਕਟਰਾਂ ਦੀ ਚਰਚਾ ਹੋਵੇ। ਇੰਨੀਆਂ ਬੇਨਤੀਆਂ ਦੇ ਨਾਲ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।